ਲੁਧਿਆਣਾ ਦੇ ਵਿੱਚ ਜੋ ਲੁੱਟ ਹੋਈ ਸੀ ਉਸ ਦਾ ਪਰਦਾਫਾਸ਼ ਕਰ ਦਿੱਤਾ ਗਿਆ। 6 ਜਣੇ ਜਿਹੜੇ ਹੈਗੇ ਆ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਤੇ ਕਾਫੀ ਜਿਹੜੇ ਚੋਰ ਹੈ ਸ਼ਾਤਰ ਸੀ। ਇਹਨਾਂ ਨੇ ਪਹਿਲਾਂ ਹੀ ਪਲਾਨ ਜਿਹੜਾ ਆ ਬਣਾਇਆ ਹੋਇਆ ਸੀ ਤੇ ਉਸ ਪਲਾਨ ਦੇ ਉੱਪਰ ਕੰਮ ਕਰ ਰਹੇ ਸੀ। ਇਸ ਸੰਬੰਧੀ ਜਾਣਕਾਰੀ ਲੁਧਿਆਣਾ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ। ਪੁਲਿਸ ਨੇ 5 ਕਰੋੜ ਰੁਪਇਆ ਰਿਕਵਰ ਕਰ ਲਿਆ। 5 ਜਣੇ ਜਿਹੜੇ ਹੈਗੇ ਆ ਉਹ ਗ੍ਰਿਫਤਾਰ ਕਰ ਲਏ ਆ। ਤੇ ਜਦੋਂ ਕਾਨਫਰੰਸ ਚੱਲ ਰਹੀ ਹੁੰਦੀ ਹੈ ਤਾਂ ਇੱਕ ਹੋਰ ਇਨਪੁਟ ਆ ਜਾਂਦੀ ਹੈ ਇੰਟੈਲੀਜੈਂਸ ਦੀ ਕਿ ਇੱਕ ਹੋਰ ਬੰਦਾ ਫੜ ਲਿਆ ਗਿਆ, ਯਾਨੀ ਕਿ ਟੋਟਲ ਮਿਲਾ ਕੇ 6 ਜਣੇ ਅਰੈਸਟ ਕਰ ਲਏ ਗਏ ਨੇ। 10 ਜਣਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤਾਂ 2 ਮੋਡਿਊਲ ਬਣਾਏ ਗਏ ਸੀ ਇਸ ਚੋਰੀ ਦੇ ਵਿੱਚ ਔਰ ਚੋਰੀ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਕਿਸੇ ਤਰ੍ਹਾਂ ਦਾ ਕੋਈ ਮੋਬਾਈਲ ਫੋਨ ਨਹੀਂ ਵਰਤੇ ਗਏ ਚੋਰੀ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ। ਫਿਰ ਉਸ ਤੋਂ ਬਾਅਦ ਜਿਹੜਾ ਲੋਕ ਸਿਸਟਮ ਹੈ ਜਾਂ ਕੰਪਨੀ ਦੇ ਵਿੱਚ, ਜਿਸ ਕੰਪਨੀ ਦੇ ਵਿੱਚ CMS ਕੰਪਨੀ ਦੀ ਚੋਰੀ ਹੁੰਦੀ ਹੈ, ਉੱਥੇ ਦੇ ਲੋਕ ਸਿਸਟਮ ਨੂੰ ਹੈਕ ਕਰ ਲਿਆ ਗਿਆ। ਫਿਰ ਉਸ ਤੋਂ ਬਾਅਦ ਐਂਟਰੀ ਹੁੰਦੀ ਹੈ। ਐਂਟਰੀ ਤੋਂ ਬਾਅਦ ਜਿਹੜਾ ਹੈਗਾ ਹੈ ਉਹ ਸਾਰਾ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ ਇਸ ਮਾਮਲੇ ਦੇ ਵਿੱਚ 2 ਮੋਡਿਊਲ ਬਣਾਏ ਗਏ ਹੈ। ਸਭ ਤੋਂ ਪਹਿਲਾਂ ਜੋ ਇੱਕ ਡਾਕੂ ਹਸੀਨਾ ਤੇ ਨਾਲ ਉਸਦੇ ਹੈ 9 ਚੋਰ। ਤਾਂ ਇਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਲੇਡੀ ਹੈ ਮਨਦੀਪ ਕੌਰ ਤੇ ਨਾਲ ਦੀ ਨਾਲ ਇੱਕ ਮੁੰਡਾ ਹੈ ਮਨਜਿੰਦਰ ਮਨੀ, ਇਹ ਦੋਵੇਂ ਮੁੱਖ ਸਾਜ਼ਿਸ਼ ਕਰਤਾ ਹੈ। ਮਨਦੀਪ ਕੌਰ ਨੇ ਮਨਜਿੰਦਰ ਸਿੰਘ ਮਨੀ ਨੂੰ ਸਾਰੀ ਪਲੈਨਿੰਗ ਦੱਸੀ ਕਿ ਅਸੀਂ ਇਸ ਦੇ ਉੱਪਰ ਕੰਮ ਕਰਦੇ ਹਾਂ। ਮਨਜਿੰਦਰ ਸਿੰਘ ਕੰਪਨੀ ਦਾ ਮੁਲਾਜ਼ਮ ਹੈ ਜਿਸ ਕੰਪਨੀ ਦੇ ਵਿੱਚ ਚੋਰੀ ਹੋਈ ਸੀ। ਉਸ ਕੰਪਨੀ ਦਾ ਪਿਛਲੇ 4 ਸਾਲਾਂ ਤੋਂ ਉੱਥੇ ਕੰਮ ਕਰ ਰਿਹਾ ਡਰਾਈਵਰ ਵਜੋਂ। ਤਾਂ ਮਨਦੀਪ ਕੌਰ ਨੇ ਪਲੈਨਿੰਗ ਜਿਹੜੀ ਹੈ ਸਾਂਝੀ ਕੀਤੀ ਮਨਜਿੰਦਰ ਸਿੰਘ ਦੇ ਨਾਲ। ਫਿਰ ਇਹਨਾਂ ਨੇ ਉਸ ਪਲਾਨ ਇੱਕ ਬਣਾਇਆ, ਉਸ ਪਲਾਨ ਦੇ ਉੱਪਰ ਕਈ ਮਹੀਨੇ ਕੰਮ ਕੀਤਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਬੰਦੇ ਹਾਇਰ ਕੀਤੇ ਆਪਣੇ ਯਕੀਨ ਵਾਲੇ ਕਿ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇੱਕ ਟੀਮ ਬਣਾਉਂਦੇ ਹਾਂ। ਫਿਰ ਜਦੋਂ ਚੋਰੀ ਦੀ ਵਾਰਦਾਤ ਆਉਂਦੀ ਹੈ, ਰਾਤ ਆਉਂਦੀ ਹੈ, ਤਾਂ ਇਹਨਾਂ ਨੇ 2 ਮੋਡਿਊਲ ਬਣਾਏ ਹੁੰਦੇ ਆ। ਇੱਕ ਹੁੰਦਾ ਮਨਦੀਪ ਕੌਰ ਦਾ ਮੋਡਿਊਲ, ਦੂਸਰਾ ਹੁੰਦਾ ਮਨਜਿੰਦਰ ਮੰਨੀ ਦਾ ਮੋਡਿਊਲ। ਮਨਦੀਪ ਕੌਰ ਜਿਹੜੀ ਹੈ ਉਹ ਗੱਡੀ ਤੇ ਸਵਾਰ ਹੋ ਕੇ 4 ਸਾਥੀਆਂ ਦੇ ਨਾਲ, ਕੁੱਲ ਮਿਲਾ ਕੇ 5 ਹੋ ਗਿਆ। ਇੱਕ ਮੋਡਿਊਲ ਦੇ ਵਿੱਚ ਮਨਦੀਪ ਕੌਰ ਜਾਂਦੀ ਹੈ ਤੇ ਮੰਨੀ ਜਿਹੜਾ ਹੁੰਦਾ ਹੈ ਮਨਜਿੰਦਰ ਮੰਨੀ, ਇਹ ਆਪਣੇ ਨਾਲ 4 ਜਾਣੇ ਹੋਰ ਲੈ ਕੇ ਮੋਟਰਸਾਈਕਲਾਂ ਤੇ ਜਾਂਦੇ ਨੇ। ਫਿਰ ਜਦੋਂ ਕੰਪਨੀ ਦੇ ਵਿੱਚ ਐਂਟਰ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਉੱਥੇ ਗੇਟ ਦੇ ਉੱਪਰ ਸੈਂਸਰ ਸਿਸਟਮ ਲੱਗਿਆ ਹੁੰਦਾ ਉਸ ਨੂੰ ਹੈਕ ਕਰਦੇ ਆ। ਤਾਰ ਜਿਹੜੀ ਉਸ ਦੀ ਕੱਢ ਕੇ ਕੱਟ ਦਿੰਦੇ ਨੇ। ਫਿਰ ਉਸ ਤੋਂ ਬਾਅਦ ਐਂਟਰ ਕਰਦੇ ਆ। ਫਿਰ ਐਂਟਰ ਕਰਨ ਤੋਂ ਬਾਅਦ ਉੱਥੇ ਜਿਹੜਾ ਕੈਸ਼ ਹੁੰਦਾ ਉਸ ਨੂੰ 4 ਬੈਗਾਂ ਦੇ ਵਿੱਚ ਲੈ ਕੇ ਚਲੇ ਜਾਂਦੇ ਨੇ। ਇੱਕ ਬੈਗ ਦੇ ਵਿੱਚ 2 ਤੇ 3 ਬੈਗਾਂ ਦੇ ਵਿੱਚ 3-3 ਕਰੋੜ ਰੁਪਇਆ ਟੋਟਲ ਅਮਾਊਂਟ ਰੱਖਦੇ ਆ, 6 ਕਰੋੜ ਰੁਪਇਆ। ਫਿਰ ਬਾਕੀ ਜਿਹੜੇ ਹੁੰਦਾ ਇੱਕ ਬੈਗ ਉਸ ਦੇ ਵਿੱਚ ਸਾਰਾ ਸਮਾਨ DVR ਜਾਂ ਹੋਰ ਹਥਿਆਰ ਸਮੱਗਰੀ ਜਾਂ ਇਹਨਾਂ ਨੇ ਜੋ ਚੋਰੀ ਦੇ ਦੌਰਾਨ ਵਰਤਿਆ ਹੁੰਦਾ ਉਹ ਸਾਰਾ ਆਪਣੇ ਨਾਲ ਇੱਕ ਬੈਗ ਦੇ ਵਿੱਚ ਪਾ ਦਿੰਦੇ ਆ। ਤੇ ਇਸ ਤੋਂ ਬਾਅਦ ਉਸੇ ਹੀ ਬੈਗ ਦੇ ਵਿੱਚ 500 ਦੇ ਤੇ 100 ਦੇ ਜਿਹੜੇ ਨੋਟ ਹੁੰਦੇ ਆ, ਤਕਰੀਬਨ 33 ਲੱਖ ਉਹਨਾਂ ਦੀ ਅਮਾਊਂਟ ਬਣਦੀ ਹੈ, ਉਸ ਨੂੰ ਉਹਨਾਂ ਬੈਗਾਂ ਦੇ ਵਿੱਚ ਪਾ ਦਿੰਦੇ ਨੇ। ਤਾਂ ਫਿਰ ਇਹ ਜਿਹੜੀ ਜਾਣਕਾਰੀ ਹੈ ਪੁਲਿਸ ਨੇ ਹੁਣ ਟਰੇਸ ਕੀਤੀ ਹੈ। ਹਾਲਾਂਕਿ ਜਿਹੜੀ ਲੇਡੀ ਹੈ ਡਾਕੂ ਹਸੀਨਾ ਮਨਦੀਪ ਕੌਰ, ਇਹ ਬਰਨਾਲਾ ਦੇ ਵਿੱਚ ਵਿਆਹੀ ਹੋਈ ਹੈ ਤੇ ਇਹ ਲੁਧਿਆਣਾ ਦੇ ਨੇੜੇ ਹੀ ਡੇਲੋਂ ਦੇ ਨਜ਼ਦੀਕ ਹੀ ਰਹਿਣ ਵਾਲੀ ਹੈ ਔਰ ਇਸ ਦੀ ਸ਼ਨਾਖਤ ਜਿਹੜੀ ਹੈ ਪੁਲਿਸ ਨੇ ਕੀਤੀ ਹੈ। ਹਾਲੇ ਤੱਕ ਇਹ ਫਰਾਰ ਹੈ। ਜਿਹੜੇ ਬਾਕੀ ਫਰਾਰ 4 ਹੈ ਉਹਨਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਜਲੰਧਰ ਪੁਲਿਸ ਨੇ, ਮਾਫ ਕਰਨਾ ਲੁਧਿਆਣਾ ਪੁਲਿਸ ਨੇ। ਤਾਂ ਇਸ ਦੇ ਵਿੱਚ ਕੰਪਨੀ ਦੀ ਗਲਤੀ ਜੋ ਦੱਸੀ ਗਈ ਹੈ, ਜੋ ਵੱਡਾ ਖੁਲਾਸਾ ਪੁਲਿਸ ਨੇ ਕੀਤਾ ਹੈ ਕਿ ਕੰਪਨੀ ਦੀ ਸਭ ਤੋਂ ਵੱਡੀ ਗਲਤੀ ਹੈ ਤੇ ਨਾਲ ਦੀ ਨਾਲ ਜਿਹੜੇ ਚੋਰਾਂ ਨੂੰ ਫੜਿਆ ਗਿਆ ਉਹਨਾਂ ਨੇ ਵੀ ਗਲਤੀ ਦੱਸ ਦਿੱਤੀ ਕੰਪਨੀ ਦੀ ਕਿ ਇਹ ਗਲਤੀ ਹੈ। ਸਭ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਜਿਹੜੇ ਹੈਗੇ ਨੇ ਮਨਦੀਪ ਸਿੱਧੂ, ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕੰਪਨੀ ਨੇ ਸਾਨੂੰ ਲਿਖ ਕੇ ਦਿੱਤਾ ਕਿ ਸਾਡੇ ਅੰਦਰ ਕੈਸ਼ ਸੀ 11 ਕਰੋੜ 70 ਲੱਖ ਰੁਪਇਆ ਟੋਟਲ ਕੈਸ਼ ਪਿਆ ਹੋਇਆ ਸੀ। ਤੇ ਉਸ ਤੋਂ ਬਾਅਦ ਫਿਰ ਜਿਹੜਾ ਸ਼ਾਮ ਨੂੰ ਇਹਨਾਂ ਨੇ ਦੱਸਿਆ ਕਿ 5.25 ਕਰੋੜ ਰੁਪਇਆ ਸਾਡੇ ਕੋਲੋਂ ਪਿੱਛੇ ਬਚਿਆ, ਯਾਨੀ ਕਿ ਕੁੱਲ ਮਿਲਾ ਕੇ 6 ਕਰੋੜ 32 ਲੱਖ ਰੁਪਏ ਦੀ ਚੋਰੀ ਹੋਣੀ ਸੀ। ਫਿਰ ਉਸ ਤੋਂ ਅਗਲੇ ਦਿਨ ਸ਼ਾਮ ਨੂੰ ਇਹਨਾਂ ਨੇ ਲੁਧਿਆਣਾ ਪੁਲਿਸ ਨੂੰ ਜਾਣਕਾਰੀ ਦਿੱਤੀ ਕੰਪਨੀ ਨੇ ਕਿ 8 ਕਰੋੜ 49 ਲੱਖ ਰੁਪਏ ਦੀ ਲੁੱਟ ਹੋਈ ਹੈ। ਜੋ ਜਿਹੜੇ ਸੁਭਾਸ਼ ਅਗਰਵਾਲ ਹੈਗੇ ਨੇ ADCP, ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਅਮਾਊਂਟ ਦੀ ਗਿਣਤੀ ਵਧੀ ਹੈ। ਉਹ ਕੰਪਨੀ ਨੇ ਦੱਸਿਆ ਸੀ ਕਿ ਸਾਡੀ 8 ਕਰੋੜ 49 ਲੱਖ ਦੀ ਚੋਰੀ ਹੋਈ ਹੈ। ਹੁਣ ਇੱਥੇ ਐਂਗਲ ਜਿਹੜਾ ਹੈਗਾ ਥੋੜਾ ਬਦਲਿਆ। ਇਸ ਦੇ ਵਿੱਚ ਹੁਣ ਵੱਡੀ ਜਾਣਕਾਰੀ ਇਹ ਹੈ ਕਿ ਜਦੋਂ ਪੁਲਿਸ ਨੇ ਥੋੜਾ ਤਫਤੀਸ਼ ਕੀਤਾ ਤਾਂ ਜਦੋਂ ਚੋਰਾਂ ਦੇ ਕੋਲ ਪੁੱਛ ਪੜਤਾਲ ਕੀਤੀ ਤਾਂ ਇਹ ਜਿਹੜਾ ਅਮਾਊਂਟ ਸੀ ਉਹ ਤਕਰੀਬਨ 6 ਕਰੋੜ 33 ਲੱਖ ਰੁਪਏ ਦੇ ਕਰੀਬ ਇਹਨਾਂ ਨੇ ਲੁੱਟ ਕੀਤੀ ਸੀ। ਤਾਂ 6 ਕਰੋੜ 33 ਲੱਖ ਰੁਪਏ ਦੀ ਇਹਨਾਂ ਨੇ ਲੁੱਟ ਕੀਤੀ ਹੈ ਟੋਟਲ ਮਿਲਾ ਕੇ। ਤਾਂ ਪੁਲਿਸ ਨੇ 5 ਕਰੋੜ ਰਿਕਵਰ ਕਰ ਲਿਆ। ਜਿਹੜੇ 5 ਚੋਰ ਫੜੇ ਨੇ, ਲੁਟੇਰੇ ਫੜੇ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਕੰਪਨੀ ਨੇ 51 ਲੱਖ ਰੁਪਇਆ ਕਿਸੇ ਬੈਂਕ ਦੇ
ਏਟੀਐਮ ਦੇ ਵਿੱਚ ਵਾਧੂ ਪਾ ਦਿੱਤਾ ਸੀ ਕੁਝ ਮਹੀਨੇ ਪਹਿਲਾਂ, ਤੇ ਇਹ ਕੰਪਨੀ ਬਾਰ-ਬਾਰ ਉਸ ਬੈਂਕ ਵਾਲਿਆਂ ਨੂੰ ਕਹਿ ਰਹੀ ਸੀ ਕਿ ਸਾਡੇ ਪੈਸੇ ਵਾਪਸ ਕਰੋ, ਸਾਡੇ ਪੈਸੇ ਵਾਪਸ ਕਰੋ, ਪਰ ਬੈਂਕ ਕਹਿ ਰਿਹਾ ਸੀ ਕਿ ਤੁਹਾਡੀ ਗਲਤੀ ਹੈ, ਅਸੀਂ ਪੈਸੇ ਕਿਵੇਂ ਵਾਪਸ ਕਰ ਸਕਦੇ ਹਾਂ। ਦੂਸਰਾ, ਇਸ ਕੰਪਨੀ ਦੇ ਕੋਲ 2-2 ਹਜ਼ਾਰ ਦੇ ਨੋਟ ਸੀ ਜਿਨ੍ਹਾਂ ਦੀ ਅਮਾਉਂਟ ਤਕਰੀਬਨ 50 ਲੱਖ ਰੁਪਏ ਦੱਸੀ ਗਈ ਹੈ। ਤਾਂ 50 ਲੱਖ ਰੁਪਏ ਦੇ ਜਿਹੜੇ 2-2 ਹਜ਼ਾਰ ਦੇ ਨੋਟ ਹੁੰਦੇ ਆ, ਉਹ ਨੋਟ ਜਿਹੜੇ ਦੇਖਿਆ ਜਾਵੇ ਤਾਂ ਜਿਨ੍ਹਾਂ ਦੇ 3 ਟੁੱਟੇ ਹੋਏ ਆ ਜਾਂ 2 ਟੁੱਟੇ ਹੋਏ ਜਾਂ ਜਿਹੜੇ ਜ਼ਿਆਦਾ ਹੀ ਖਸਤਾ ਹਾਲਤ ਦੇ ਵਿੱਚ ਹੈ, ਜਿਨ੍ਹਾਂ ਨੂੰ ਬੈਂਕ ਏਟੀਐਮ ਦੇ ਵਿੱਚ ਨਹੀਂ ਪਾਉਂਦੀ, ਉਹ ਇਸ ਜਗ੍ਹਾ ਦੇ ਵਿੱਚ ਹੀ ਰੱਖੇ ਹੋਏ ਸੀ। ਤਾਂ ਉਹਨਾਂ ਨੇ ਕੀ ਕੀਤਾ, 51 ਲੱਖ ਰੁਪਇਆ ਜਿਹੜਾ ਬੈਂਕ ਦੇ ਖਾਤੇ ਦੇ ਵਿੱਚ ਪਾ ਦਿੱਤਾ ਸੀ, ਤੇ 50 ਲੱਖ ਰੁਪਇਆ ਤਕਰੀਬਨ 1 ਕਰੋੜ ਦੇ ਕਰੀਬ ਅਮਾਉਂਟ ਵੀ ਜਿਹੜਾ ਹੈਗਾ ਕੰਪਨੀ ਨੇ ਚਲਾਕੀ ਦੇ ਨਾਲ ਉਸ ਚੋਰੀ ਦੇ ਵਿੱਚ ਜੋੜ ਦਿੱਤਾ, ਤੇ ਜਾ ਕੇ ਪੁਲਿਸ ਨੂੰ ਕਿਹਾ ਕਿ 8 ਕਰੋੜ 49 ਲੱਖ ਦੀ ਸਾਡੀ ਚੋਰੀ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਹੁਣ ਟ੍ਰੇਸ ਕੀਤਾ, ਉਹਨਾਂ ਨੇ ਕਿਹਾ ਕਿ ਅਸੀਂ ਕੰਪਨੀ ਦੇ ਨਾਲ, ਕੰਪਨੀ ਦੇ ਸਬੰਧ ਦੇ ਵਿੱਚ ਕੰਪਨੀ ਨੇ ਜੋ ਗੜਬੜੀਆਂ ਕੀਤੀਆਂ ਜਾਂ ਕੀਤੀਆਂ ਗਈਆਂ ਨੇ, ਉਸ ਸੰਬੰਧੀ ਅਸੀਂ 5 ਮੈਂਬਰੀ SIT ਗਠਨ ਕਰ ਦਿੱਤੀ ਹੈ। ਲੁਧਿਆਣਾ ਦੇ ਉਸ ਦੇ ਵਿੱਚ ਅਫਸਰ ਪਾਏ ਗਏ ਨੇ, ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਤਾਂ ਹੁਣ ਇਸ ਮਾਮਲੇ ਦੇ ਵਿੱਚ DGP ਗੌਰਵ ਯਾਦਵ ਨੇ ਲੁਧਿਆਣਾ ਸ਼ਹਿਰੀ ਪੁਲਿਸ ਨੂੰ, ਲੁਧਿਆਣਾ ਕਮਿਸ਼ਨਰੇਟ ਨੂੰ 10 ਲੱਖ ਰੁਪਏ ਇਨਾਮ ਵੀ ਦਿੱਤਾ ਕਿ ਤੁਸੀਂ 60 ਘੰਟੇ ਦੇ ਵਿੱਚ ਇਹ ਸਾਰਾ ਟ੍ਰੇਸ ਕਰ ਦਿੱਤਾ। ਤਾਂ ਹੁਣ ਇਸ ਦੇ ਵਿੱਚ ਕੀ ਹੈ, ਮਨਦੀਪ ਕੌਰ ਜਿਹੜੀ ਹੈ ਉਹਨਾਂ ਨੇ ਬੜੀ ਸ਼ਾਤਰ ਹੈ, ਉਹਨਾਂ ਨੇ ਆਪਣਾ ਲੋਕੇਸ਼ਨ ਨਾ ਟ੍ਰੇਸ ਹੋ ਜਾਵੇ ਇਸ ਕਰਕੇ ਕੋਈ ਮੋਬਾਈਲ ਦੀ ਵਰਤੋਂ ਨਹੀਂ ਕੀਤੀ। ਚੋਰਾਂ ਨੇ ਕੈਸ਼ ਵੈਨ ਜਿਹੜਾ ਹੈਗਾ, ਸਭ ਤੋਂ ਪਹਿਲਾਂ ਗਲਤੀ ਇਹ ਹੋਈ ਕਿ ਕੈਸ਼ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਸੀ, ਔਰ ਵੱਡੀ ਗਿਣਤੀ ਦੇ ਵਿੱਚ ਕੈਸ਼ ਨੂੰ ਰੱਖਣਾ ਸੌਖਾ ਨਹੀਂ ਸੀ। ਤਾਂ ਇਹਨਾਂ ਨੇ ਕੀ ਕੀਤਾ, ਪਹਿਲਾਂ ਆਪਸ ਦੇ ਵਿੱਚ ਇਹਨਾਂ ਨੇ ਸੋਚਿਆ ਕਿ ਕੈਸ਼ ਨੂੰ ਇੱਕ ਜਗ੍ਹਾ ਤੇ ਰੱਖ ਲੈਂਦੇ ਆ, ਫਿਰ ਉਸ ਤੋਂ ਬਾਅਦ ਇਹਨਾਂ ਨੇ ਕੈਸ਼ ਨੂੰ ਆਪਸ ਦੇ ਵਿੱਚ ਵੰਡ ਲਿਆ। ਤਾਂ ਹੁਣ ਫਿਰ ਇਸ ਤੋਂ ਬਾਅਦ ਇਸ ਪੁਲਿਸ ਨੂੰ ਸੂਹ ਲੱਗੀ ਸੀ ਇੱਕ GPS ਸਿਸਟਮ ਤੋਂ, ਕਿਉਂਕਿ ਜੋ ਕੈਸ਼ ਵੈਨ ਦੀ ਸਰਵਿਸ ਵਾਲੀ ਗੱਡੀ ਸੀ ਵੈਨ, ਉਸ ਨੂੰ ਜਦੋਂ ਲੈ ਕੇ ਜਾਂਦੇ ਆ ਚੋਰ ਆਪਣੇ ਨਾਲ, ਤਾਂ ਉਸ ਦੇ ਵਿੱਚ GPS ਸਿਸਟਮ ਲੱਗਿਆ ਹੁੰਦਾ, ਉਸ ਨੂੰ ਪੁਲਿਸ ਟ੍ਰੇਸ ਕਰਦੀ ਹੈ, ਔਰ ਉਸ ਟ੍ਰੇਸਿੰਗ ਜਦੋਂ ਹੁੰਦੀ ਹੈ, ਟਰੈਕ ਕੀਤਾ ਜਾਂਦਾ ਹੈ, ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਚੋਰ ਕਿੱਧਰ ਨੂੰ ਗਏ ਨੇ। ਔਰ ਦੂਸਰਾ ਕਲੂ ਸਭ ਤੋਂ ਵੱਡਾ ਪੁਲਿਸ ਨੂੰ ਇਹ ਮਿਲਿਆ ਕਿ ਜਿਹੜਾ ਕੈਸ਼ ਵੈਨ ਦੇ ਉੱਪਰ ਲਾਈਟਾਂ ਫਲਿੱਕ ਕਰਦੀਆਂ ਨੇ, ਜਗਦੀਆਂ ਬੁਝਦੀਆਂ ਲਾਈਟਾਂ ਨੇ, ਉਹ ਆਮ ਵਿਅਕਤੀ ਨਹੀਂ ਚਲਾ ਸਕਦਾ। ਉਹ ਸਿਰਫ ਜਾਂ ਤਾਂ ਕੰਪਨੀ ਦਾ ਮੁਲਾਜ਼ਮ ਹੋਏ ਜਾਂ ਤਾਂ ਫਿਰ ਜਿਹੜਾ ਗੱਡੀ ਚਲਾਉਂਦਾ ਹੋਏ ਜਾਂ ਡਰਾਈਵਰ ਹੋਏ, ਉਸ ਨੂੰ ਹੀ ਪਤਾ ਹੁੰਦਾ ਕਿ ਇਹਦੇ ਸਵਿਚ ਕਿੱਥੇ ਹੈ। ਤਾਂ ਜਦੋਂ ਇਹ ਚੋਰ ਚੋਰੀ ਕਰਕੇ ਜਾਂਦੇ ਆ ਤਾਂ ਅੱਗੇ 4 ਮੋਟਰਸਾਈਕਲ ਚੱਲੇ ਹੁੰਦੇ ਆ, ਮਾਫ ਕਰਨਾ 2 ਮੋਟਰਸਾਈਕਲ ਚੱਲੇ ਹੁੰਦੇ ਆ, ਤੇ ਪਿੱਛੇ ਕੈਸ਼ ਵੈਨ ਜਿਹੜੀ ਹੈ ਚੋਰੀ ਕੀਤੀ ਹੁੰਦੀ ਹੈ, ਉਹ ਗੱਡੀ ਚੱਲੀ ਹੁੰਦੀ ਹੈ, ਤੇ ਨਾਲ ਲਾਈਟਾਂ ਵੀ ਜਗਦੀਆਂ ਬੁਝਦੀਆਂ ਹੁੰਦੀਆਂ ਨੇ। ਤਾਂ ਇੱਥੋਂ ਪੁਲਿਸ ਨੂੰ ਪਤਾ ਚੱਲਿਆ ਸੀ ਕਿ ਕੋਈ ਘਰ ਦਾ ਭੇਤੀ ਹੀ ਹੈ ਜਿਹੜਾ ਲੰਕਾ ਢਾਏ। ਤਾਂ ਹੁਣ ਪੁਲਿਸ ਨੇ ਇੱਥੇ ਕੰਪਨੀ ਦੇ ਉੱਪਰ ਵੀ ਇਲਜ਼ਾਮ ਲਗਾਏ ਕਿ ਕੰਪਨੀ ਨੇ ਵਹਿੰਦੀ ਗੰਗਾ ਦੇ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕੀਤੀ ਹੈ, ਪਿਛਲੇ ਜਿਹੜੇ ਇਹਨਾਂ ਦੇ ਫੰਡ ਹੈ ਜਾਂ ਕੋਈ ਘੁਟਾਲੇ ਹੈ ਉਸ ਨੂੰ ਇਸ ਚੋਰੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਲੁਧਿਆਣਾ ਪੁਲਿਸ ਨੇ DGP ਨੂੰ ਵੀ ਚਿੱਠੀ ਲਿਖ ਦਿੱਤੀ ਹੈ ਕਿ ਇਹਨਾਂ ਦਾ ਜਿਹੜਾ ਲਾਇਸੈਂਸ ਹੈ ਕੰਪਨੀ ਦਾ, ਉਸ ਨੂੰ ਰੱਦ ਕੀਤਾ ਜਾਵੇ, ਕਿਉਂਕਿ ਕੰਪਨੀ ਦੀ ਸਭ ਤੋਂ ਵੱਡੀ ਅਣਗਹਿਲੀ ਰਹੀ ਇਸ ਚੋਰੀ ਦੇ ਵਿੱਚ।